ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਫਕੀਰ ਇਹੋ ਹੀ ਅਮਲ ਕਰੇਗਾ ਤਾਂ ਉਸ ਦੀ ਸਾਰੀ ਬੰਦਗੀ ਹੋ ਗਈ। ਭਾਵ ਧਾਰ ਕੇ ਨਾਮ ਜਪੇ ਤਾਂ ਉਹ ਆਪਣੇ ਅੰਦਰ ਆਪਣੇ ਪੂਜ ਦਾ ਪਿਆਰ ਪੈਦਾ ਕਰ ਰਿਹਾ ਹੈ, ਕਿਉਂਕਿ ਜਿਸ ਦਾ ਤੁਸੀਂ ਨਾਮ ਜਪੋਗੇ ਉਸ ਨੂੰ ਤੁਹਾਡਾ ਮਨ ਅਮਲੀ ਸੂਰਤ ਵਿੱਚ ਯਾਦ ਕਰ ਰਿਹਾ ਹੈ। ਜਿਸ ਨੂੰ ਤੁਸੀਂ ਸਦਾ ਯਾਦ ਰੱਖੋਗੇ ਉਸ ਨਾਲ ਤੁਹਾਡਾ ਪਿਆਰ ਹੋ ਜਾਏਗਾ, ਕਿਉਂਕਿ ਜਦ ਤੁਹਾਡਾ ਕਿਸੇ ਨਾਲ ਪਿਆਰ ਹੋਵੇ ਤੁਹਾਨੂੰ ਉਹ ਭੁੱਲਦਾ ਨਹੀਂ, ਤੇ ਜੇ ਤੁਸੀਂ ਕਿਸੇ ਨੂੰ ਭੁਲਾਵੋ ਨਾ, ਸਿਫਤ ਸਲਾਹ ਨਾਲ ਯਾਦ ਹੀ ਰੱਖੋ ਤਾਂ ਤੁਹਾਡੇ ਅੰਦਰ ਉਸ ਲਈ ਪਿਆਰ ਬੱਝ ਜਾਏਗਾ। ਸਾਰੀਆਂ ਇਬਾਦਤਾਂ ਭਗਤੀਆਂ ਉਪਾਸਨਾ ਦਾ ਮੂਲ ਪ੍ਰੇਮ ਹੈ। ਪ੍ਰੇਮ ਦਾ ਇੱਕ ਸਰੂਪ ਨਾਮ ਹੈ, ਯਾਦ ਹੈ। ਸੋ ਸਤਿਗੁਰ ਨੇ ਫਕੀਰ ਨੂੰ ਕਿਹਾ, ਗੁਰਾ ਇੱਕ ਦੇਹ 부ਝਾਏ ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਫਿਰ ਸਤਿਗੁਰ ਨੇ ਸਿੱਖ ਨੂੰ ਕਿਹਾ, ਵਾਹਿਗੁਰੂ ਧਿਆਨੀ ਹੋ, ਆਪਣੇ ਅੰਦਰ ਜਗਤ ਦੇ ਨਕਸ਼ੇ ਨਾ ਵਾ। ਜਿੱਕੁਰ ਸ਼ੀਸ਼ੇ ਵਿੱਚੋਂ ਪਰਛਾਵਾਂ ਲੰਘਦਾ ਹੈ ਕੋਈ ਉੱਥੇ ਨਕਸ਼ ਨਹੀਂ ਪਾ ਜਾਂਦਾ। ਇੱਕੁਰ ਜਗਤ ਵਿੱਚ ਵਿਚਰਦਿਆਂ ਤੇਰੇ ਦਿਲ ਪਰ ਕੋਈ ਸ਼ੈ ਆਪਣਾ ਅਸਰ ਉਕੇਰ ਨਾ ਪਾਵੇ। ਬਸ ਸ਼ੀਸ਼ੇ ਵਿੱਚੋਂ ਲੰਘਣ ਵਾਂਗ ਹਰ ਨਕਸ਼ ਲੰਘ ਜਾਵੇ। ਦਿਲ ਦੇ ਸ਼ੀਸ਼ੇ ਵਿੱਚ ਅਕਸ ਇੱਕ ਵਾਹਿਗੁਰੂ ਦੀ ਹੋਂਦ ਦਾ ਨਕਸ਼ ਪਵੇ। ਇਸ ਤਰੀਕੇ ਨਾਲ ਪਿਆਰ ਹੋਰ ਵਧਿਆ। ਜਿਸ ਦੀ ਯਾਦ ਤੇ ਹੋਂਦ ਦਾ ਅਕਸ ਅੰਦਰ ਆ ਗਿਆ ਉਹ ਪ੍ਰੀਤਮ ਹੋ ਗਿਆ। ਇਸ ਦੇ ਅੱਗੇ ਕੀਰਤਨ ਕਰ, ਇਸੇ ਦੀ ਸਿਫਤ ਸਲਾਹ ਕਰ, ਇਸੇ ਅੱਗੇ ਬਿਨਾ ਕਰ। ਪਿਆਰ ਵਿੱਚ ਪਿਆਰੇ ਨਾਲ ਕਦੇ ਰੁੱਸੀਦਾ ਨਹੀਂ। ਜੋ ਦੁੱਖ ਸੁੱਖ ਤੈਨੂੰ ਵਾਪਰੇ ਉਸ ਨੂੰ ਰਜਾ ਸਮਝ। ਪ੍ਰੀਤਮ ਨਾਲ ਕਦੇ ਜਾਂ ਸ਼ਾਂਤ ਗੁੱਸੇ ਰੁੱਸੇ ਨਹੀਂ ਹੋਣਾ, ਨਹੀਂ ਤਾਂ ਪ੍ਰੀਤ ਤਾਰ ਟੁੱਟ ਜਾਂਦੀ ਹੈ। ਰਾਜਾ ਤੇ ਰਹੇਗਾ ਤਾਂ ਨਾਮ ਨਾਲ ਚਿੱਤ ਦੀ ਜੋ ਸ਼ੁੱਧੀ ਤੇ ਇਕਾਗਰਤਾ ਬਣੀ ਹੈ ਤੇ ਉਮਾ ਆਇਆ ਹੈ ਕਾਇਮ ਰਹੇਗਾ। ਸੋ ਜਦੋਂ ਨਾਮ ਹੋਂਦ ਦਾ ਅਕਸ ਜਾਂ ਸਹਿਜ ਧਿਆਨ ਤੇ ਰਜਾ ਤ੍ਰੈ ਆ ਗਏ, ਪੂਰਨ ਲਿਵ ਲੱਗ ਗਈ। ਲਿਵ ਲੱਗੀ ਤੇ ਹਉਮੈ ਕੱਟੀ ਗਈ, ਮਾਇਆ ਬਿਲਾ ਗਈ। ਫਿਰ ਵਾਹਿਗੁਰੂ ਵਿੱਚ ਸਮਾਈ। ਉਹ ਨਾਮ ਸਹਿਜ ਧਿਆਨ ਰਜਾ ਫਿਲਾਸਫਰ ਨੂੰ ਆਪਣੇ ਨੁਕਤੇ ਤੋਂ, ਉਹ ਫਕੀਰ ਨੂੰ ਆਪਣੇ ਨੁਕਤੇ ਤੋਂ ਅਮਲੀ ਤੌਰ ਤੇ ਅਨੰਤ ਵਿੱਚ ਲੈ ਗਏ। ਉਸ ਅਗੰਮ ਸ਼ਕਤੀ ਤੋਂ ਉਤਰ ਕੇ ਜਿਸ ਦੇ ਕ੍ਰਿਸ਼ਮੇ ਵਿੱਚ ਇਹ ਸਾਰਾ ਪਸਾਰਾ ਨਜ਼ਰ ਆ ਰਿਹਾ ਹੈ, ਜੋ ਹਰ ਸ਼ੈ ਦੀ ਤਹਿ ਵਿੱਚ ਹੈ, ਜੋ ਸੂਖਮ ਆਧਾਰ ਹੈ ਤੇ ਜੋ ਸਭ ਦੀ ਟੋਰਨਹਾਰ ਹੈ, ਜਿਸ ਦੀ ਹੋਂਦ ਹਰ ਇਨਸਾਨ ਦੇ ਅੰਦਰ ਉਸ ਦੇ ਅੰਦਰਲੇ ਤੋਂ ਪਈ ਝਲਕਦੀ ਹੈ। ਆਦਮੀ ਨੂੰ ਆਦਮੀ ਨਾਲ ਵਾਸਤਾ ਪੈਂਦਾ ਹੈ, ਅਰਥਾਤ ਵਾਹਿਗੁਰੂ ਨਾਲ ਸੰਬੰਧ ਤੋਂ ਉਤਰ ਕੇ ਆਦਮੀ ਨੂੰ ਦੂਸਰਾ ਵਾਸਤਾ ਆਦਮੀ ਨਾਲ ਅਰਥਾਤ ਸ੍ਰਿਸ਼ਟੀ ਨਾਲ ਪੈਂਦਾ ਹੈ। ਇਹ ਵਾਸਤਾ ਹੀ ਅਸਲ ਵਿੱਚ ਭਾਈਚਾਰੇ ਦੀ ਨੀਂਹ ਹੈ। ਪੂਰਬ ਦੇ ਪੱਛਮ ਵਿੱਚ ਧਰਮ ਦੇ ਨੁਕਤੇ ਤੋਂ ਭਾਈਚਾਰੇ ਦੇ ਸੰਬੰਧ ਵਿੱਚ ਅੱਡ-ਅੱਡ ਖਿਆਲ ਰਹੇ ਹਨ। ਹਿੰਦੁਸਤਾਨ ਵਿੱਚ ਜਿੱਥੇ ਫਿਲਾਸਫੀ ਤੇ ਧਰਮ ਨੇ ਸਭ ਤੋਂ ਵਧੇਕ ਤਰੱਕੀ ਕੀਤੀ ਹੈ, ਉੱਚੇ ਤੋਂ ਉੱਚਾ ਖਿਆਲ ਸੰਨਿਆਸ ਦਾ ਹੈ ਕਿ ਪੂਰਨ ਸੁੱਖ ਤੇ ਟਿਕਾਓ ਦੀ ਪ੍ਰਾਪਤੀ ਲਈ ਸਭ ਤੋਂ ਜੁਦਾ ਹੋ ਜਾਣਾ, ਸਭ ਸੰਬੰਧ ਤੋੜ ਦੇਣੇ ਜ਼ਰੂਰੀ ਹਨ। ਚਾਹੇ ਕੋਈ ਤਰੀਕਾ ਹੋਵੇ, ਚਾਹੇ ਉਸ ਦਾ ਕੋਈ ਨਾਮ ਹੋਵੇ, ਪਰ ਸਭ ਦੀ ਸਿਧਾਂਤਵੀ ਗੱਲ ਇਹ ਸੰਨਿਆਸ ਹੈ। ਤੇ ਇਸ ਦਾ ਫਲ ਅਮਲੀ ਤੌਰ ਤੇ ਇਹ ਹੋਇਆ ਕਿ ਉੱਚੇ ਖਿਆਲ ਵਾਲੇ
ਧਰਮ ਵਾਲੇ ਤੇ ਚੰਗੇ ਪੁਰਖ ਭਾਈਚਾਰੇ ਵਿੱਚੋਂ ਨਿਕਲ ਜਾਣ। ਮਲਾਈ ਮਲਾਲੀ ਜੰਗਲ ਵਿੱਚ ਟੁਰ ਜਾਵੇ ਤੇ ਫੋਕਾ ਦੁੱਧ ਪਿੱਛੇ ਰਹਿ ਜਾਵੇ। ਇਸ ਨਾਲ ਭਾਈਚਾਰਾ ਨੀਵੀਂ ਕਿਸਮ ਦਾ ਆਪੇ ਹੀ ਰਹਿ ਗਿਆ, ਕਿਉਂਕਿ ਭਾਈਚਾਰੇ ਦਾ ਕਮਾਲ ਇਸ ਦੇ ਕਾਮਲ ਬੰਦਿਆਂ ਦੇ ਇਸ ਦੇ ਵਿੱਚ ਹੋਣ 'ਤੇ ਨਿਰਭਰ ਕਰਦਾ ਹੈ। ਜੇ ਚੰਗੇ ਚੰਗੇਰੇ ਬਣਾ ਨੂੰ ਟੁਰ ਜਾਣ ਤਾਂ ਪਿੱਛੇ ਰਹੇ ਸਾਧਾਰਨ ਬੰਦੇ ਦੁੱਖਾਂ ਦਾ ਸ਼ਿਕਾਰ ਬਣਨਗੇ। 2-1 ਸਦੀਆਂ ਤੋਂ ਪੱਛਮੀ ਦੇਸ਼ਾਂ ਵਿੱਚ ਜੋ ਖਿਆਲ ਪਲੇ ਹਨ, ਉਹਨਾਂ ਨੇ ਕਿਆ ਧਰਮ ਦੇ ਨੁਕਤੇ ਤੋਂ, ਕਿਆ ਭਾਈਚਾਰਕ ਵਿੱਦਿਆ ਦੇ ਨੁਕਤੇ ਤੋਂ ਇਹ ਗੱਲ ਸਿਖਾਈ ਹੈ ਕਿ ਪੁਰਖ ਦਾ ਮਜ਼ਹਬ ਪਿਆਰ ਤੇ ਫਰਜ਼ ਇਹ ਹੈ ਕਿ ਇਨਸਾਨੀਅਤ ਮਨੁੱਖ ਮਾਤਰ ਦੀ ਸੇਵਾ ਕਰੇ। ਭਾਈਚਾਰੇ ਦਾ ਵਧੇਕ ਤੋਂ ਵਧੇਕ ਸੁੱਖ ਲੋਚਨਾ ਇਹ ਇਕਲਾਖ ਹੈ। ਭਾਈਚਾਰੇ ਦੇ ਸੁੱਖ ਵਿੱਚ ਕੁਰਬਾਨ ਹੋਣਾ ਇਹ ਪ੍ਰੇਮ ਦੀ ਅਵਧੀ ਹੈ। ਭਾਈਚਾਰੇ ਦੇ ਸੁੱਖ ਵਿੱਚ ਯਤਨ ਕਰਨਾ ਇਹ ਪਦਾਰਥਕ ਤੇ ਪਰਸਪਰ ਸੁਖਦਾਈ ਹਾਲਤ ਪੈਦਾ ਕਰਨ ਦੀ ਵਿਦਿਆ ਤੇ ਹੁਨਰ ਹੈ, ਤੇ ਇਹ ਵਾਂਛਿਤ ਫਲ ਮਨੁੱਖ ਦੇ ਜੀਵਨ ਦਾ ਹੈ। ਇਹ ਕੁਝ ਹੈ ਜੋ ਇਸ ਵੇਲੇ ਸਾਰੇ ਸਭਿਆ ਸੰਸਾਰ ਵਿੱਚ ਆਦਰਸ਼ ਬਣ ਰਿਹਾ ਹੈ, ਕਿਉਂਕਿ ਇਸ ਆਦਰਸ਼ ਵਿੱਚ ਨੇੜੇ ਦਾ ਸੁੱਖ ਹੈ। ਇਸ ਲਈ ਇਹ ਦਿਲਾਂ ਨੂੰ ਭਾਉਂਦਾ ਤੇ ਪ੍ਰਿਯ ਲੱਗਦਾ ਹੈ। ਹਿੰਦੁਸਤਾਨ ਵਿੱਚ ਇਹ ਖਿਆਲ ਸੰਨਿਆਸ ਦੇ ਖਿਆਲ ਨੂੰ ਵਿਧਵੰਸ ਕਰ ਰਿਹਾ ਹੈ। ਲੋਕੀ ਸੰਨਿਆਸ ਦੇ ਖਿਆਲ ਨੂੰ ਖੁਦਕੁਸ਼ੀ ਕਹਿ ਰਹੇ ਹਨ ਅਤੇ ਦੱਸ ਰਹੇ ਹਨ ਕਿ ਹਿੰਦੁਸਤਾਨ ਦੀ ਸੁਸਾਇਟੀ ਨੂੰ ਸੰਨਿਆਸ ਦੇ ਖਿਆਲ ਤੋਂ ਨੁਕਸਾਨ ਪੁੱਜਾ ਹੈ। ਪਰੰਤੂ ਗੁਰੂ ਨਾਨਕ ਦੇਵ ਦੇ ਸਰਬਕਾਲੀ ਧਰਮ ਨੂੰ ਇਹ ਨਵਾਂ ਆਇਆ ਪਰਦੇਸੀ ਖਿਆਲ ਸੱਟ ਨਹੀਂ ਮਾਰਦਾ, ਕਿਉਂਕਿ ਉਹਨਾਂ ਨੇ ਅੱਜ ਤੋਂ 450 ਵਰ੍ਹੇ ਪਹਿਲਾਂ, ਜਦੋਂ ਯੂਰਪ ਵੀ ਮਸਲੇਬਾਜ਼ੀ ਦੇ ਜੰਗਾਂ ਵਿੱਚ ਖੂਨ ਦੀਆਂ ਨਦੀਆਂ ਵਹਾ ਰਿਹਾ ਸੀ, ਇਸ ਮਾਮਲੇ ਨੂੰ ਦਰੁਸਤ ਕਰ ਦਿੱਤਾ ਸੀ। ਦੇਖੋ, ਜਦੋਂ ਆਪ ਸੁਮੇਰ ਗਏ ਤਾਂ ਸਿੱਧਾਂ ਨਾਲ ਗੱਲਬਾਤ ਹੋਈ ਤਾਂ ਆਪ ਨੇ ਉਹਨਾਂ ਦੇ ਸੰਨਿਆਸ ਨੂੰ ਭਾਈਚਾਰੇ ਲਈ ਸਖਤ ਹਾਨੀਕਾਰਕ ਦੱਸਿਆ ਤੇ ਐਉਂ ਆਖਿਆ, ਕੱਲ ਆਈ ਕੁੱਤੇ ਮੁਹੀ, ਖਾਜ ਹੁਆ ਮੁਰਦਾਰ ਗੋਸਾਈ, ਰਾਜੇ ਪਾਪ ਕਮਾਵਦੇ, ਉਲਟੇ ਵਾੜ ਖੇਤ ਕੋ ਖਾਈ, ਪ੍ਰਜਾ ਅੰਧੀ ਗਿਆਨ ਬਿਨ, ਕੂੜ ਕੁਸਤ ਮੁਖ ਹੋ ਆਲਾਈ, ਚੇਲੇ ਸਾਜ ਵਜਾਏ ਦੇ, ਨੱਚਣ ਗੁਰੂ ਬਹੁਤ ਬਿਦ ਭਾਈ, ਸੇਵਕ ਬੈਠਣ ਘਰਾਂ ਵਿੱਚ, ਗੁਰ ਉੱਠ ਘਰੀ ਤਿਨਾੜੇ ਜਾਈ, ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਈ, ਇਸਤਰੀ ਪੁਰਖੈ ਦਾਮ ਹਿਤ ਪਾਵੈ, ਆਏ ਕਿਥਾਊ ਜਾਈ, ਵਰਤਿਆ ਪਾਪ ਸਬਸ ਜਗ ਮਾਹੀ। ਵਾਰਾਂ ਭਾਈ ਗੁਰਦਾਸ ਜੀ। ਇਹ ਹਾਲਤ ਹਿੰਦੁਸਤਾਨ ਦੇ ਭਾਈਚਾਰੇ ਦੀ ਦੱਸ ਕੇ ਕਿ ਇਸਤਰੀ ਪੁਰਖ ਦਾ ਪਿਆਰ ਤਾਂ ਪੈਸੇ ਦਾ ਪਿਆਰ ਰਹਿ ਗਿਆ ਹੈ। ਰਾਜੇ ਪਾਪ ਕਰਦੇ ਹਨ, ਹਾਕਮ ਰਿਸ਼ਵਤੀ ਹਨ, ਭਾਈਚਾਰੇ ਵਿੱਚੋਂ ਇਕਲਾਖ ਗਿਰ ਗਿਆ ਹੈ। ਦੱਸ ਕੇ ਸਤਿਗੁਰ ਨੇ ਜ਼ਿੰਮੇਦਾਰ ਉਹਨਾਂ ਨੂੰ ਠਹਿਰਾਇਆ ਤੇ ਆਖਿਆ, ਸਿੱਧ ਛਪ ਬੈਠੇ ਪਰਬਤੀ, ਕੌਣ ਜਗਤ ਕਉ ਪਾਰ ਉਤਾਰਾ। ਭਾਈ ਗੁਰਦਾਸ, ਜਿਨ੍ਹਾਂ ਵਿੱਚ ਸਿੱਧਤਾ ਅਰਥਾਤ ਖੂਬੀਆਂ ਦੀ ਪੂਰਨਤਾ ਸੀ, ਅਰਥਾਤ ਚੰਗੇ ਆਦਮੀ ਧਰਮ ਦੇ ਮਗਰ ਲੱਗ ਕੇ ਤਿਆਗ ਜ਼ਰੂਰੀ ਸਮਝ ਕੇ ਪਰਬਤਾਂ ਤੇ ਜਾ ਬੈਠੇ ਤਾਂ ਪਿੱਛੇ ਬੁਰਾ ਹਾਲ ਹੋਣਾ ਹੀ ਸੀ। ਜਦ ਉਹ ਸੰਨਿਆਸ ਕਰ ਗਏ, ਪਿੱਛੇ ਜੋ ਸਾਧਾਰਨ ਲੋਕਾਂ ਦਾ ਪਰ ਗੁਣਹੀਣ ਲੋਕਾਂ ਦਾ ਭਾਈਚਾਰਾ ਰਹਿ ਗਿਆ, ਸੋ ਗਿਰ ਗਿਆ ਹੈ। ਸੰਨਿਆਸ ਦਾ ਇਹ ਨੁਕਸਾਨ ਸਤਿਗੁਰਾਂ ਨੇ ਤਦੋਂ ਹੀ ਦੱਸ ਦਿੱਤਾ ਸੀ, ਪਰ ਸੰਨਿਆਸ ਵਿੱਚ ਇੱਕ ਖੂਬੀ ਵੀ ਸੀ। ਉਹ ਇਹ ਕਿ
ਅੰਦਰਲੇ ਦਾ ਤ੍ਰਿਸ਼ਨਾ ਤੋਂ ਉੱਠ ਕੇ ਲਿਵ ਵਿੱਚ ਜਾ ਵਸਣਾ। ਇਸ ਲਾਭ ਨੂੰ ਸਤਿਗੁਰ ਨੇ ਰੱਖ ਲਿਆ। ਹਾਨੀ ਨੂੰ ਦੂਰ ਕਰਕੇ ਉਹ ਭਾਈਚਾਰਾ ਪੈਦਾ ਕੀਤਾ ਕਿ ਜਿਸ ਵਿੱਚ ਹਿੰਦੁਸਤਾਨ ਦਾ ਪ੍ਰਾਪਤ ਕੀਤਾ ਔਜ ਧਰਮ ਵਾਲਾ ਵੀ ਕਾਇਮ ਰਹੇ ਤੇ ਭਾਈਚਾਰਕ ਹਾਲਤ ਐਸੀ ਉੱਚੀ ਹੋ ਜਾਵੇ ਕਿ ਜਿਸ ਦਾ ਆਦਰਸ਼ ਯੂਰਪ ਵਿੱਚ ਹੁਣ ਆ ਕੇ ਪੈਦਾ ਹੋਇਆ ਹੈ। ਨਿਰਾ ਭਾਈਚਾਰਕ ਸੁੱਖ ਜੀਵਨ ਦਾ ਅੰਤ ਨਹੀਂ, ਮੁਰਾਦ ਨਹੀਂ, ਪਰ ਜੀਵਨ ਦੇ ਅਸਲੀ ਆਦਰਸ਼ ਦੀ ਪ੍ਰਾਪਤੀ ਵਿੱਚ ਭਾਈਚਾਰੇ ਨੂੰ ਤਬਾਹ ਹੋਣ ਦੇਣਾ ਉਸ ਆਦਰਸ਼ ਦੀ ਪੂਰਨਤਾ ਦਾ ਮੰਡਲ ਤੰਗ ਕਰੀ ਜਾਣਾ ਹੈ, ਜਿਸ ਨਾਲ ਉਸ ਆਦਰਸ਼ ਦੀ ਹੀ ਅੰਤ ਵਿੱਚ ਤਬਾਹੀ ਹੋ ਜਾਣੀ ਹੋਈ। ਸਤਿਗੁਰੂ ਨਾਨਕ ਦੇਵ ਜੀ ਨੇ ਸੰਨਿਆਸ ਦਾ ਕਾਰਨ ਪਛਾਤਾ। ਉਹ ਇਹ ਸੀ ਕਿ ਚਿੱਤ ਬ੍ਰਿਤੀ ਨੂੰ ਬ੍ਰਹਮਾਕਾਰ ਕਰਨ ਲਈ ਲੋਕਾਂ ਦੇ ਮੇਲ ਜੋਲ ਰੋਕਾਂ ਸਾਬਤ ਹੁੰਦੇ ਹਨ। ਅਕਸਰ ਪਾਪ ਪ੍ਰਧਾਨ ਹੈ ਤੇ ਜਗਤ ਵਿੱਚ ਵਸਦਿਆਂ ਪਾਪਾਂ ਦੇ ਅਕਸ ਦਿਲਾਂ 'ਤੇ ਪੈਂਦੇ ਹਨ ਤੇ ਉਹ ਚਿੱਤ ਟਿਕਣ ਨਹੀਂ ਦਿੰਦੇ। ਸਤਿਗੁਰ ਨੇ ਇਹ ਸਿੱਧੀ ਗੱਲ ਸਿਖਾਈ ਕਿ ਧਰਮੀ ਨੂੰ ਰੋਕ ਪਾਪੀ ਤੋਂ ਪੈਂਦੀ ਹੈ, ਨਾ ਕਿ ਸਾਰੇ ਭਾਈਚਾਰੇ ਤੋਂ। ਸੋ ਖੋਟਿਆਂ ਦੀ ਸੰਗਤ ਨਾ ਕੀਤੀ, ਭਲਿਆਂ ਦੀ ਕੀਤੀ ਤੇ ਘਰ ਵਿੱਚ ਬੈਠੇ ਰਹੇ। ਛੱਡ ਜਾਣ ਦੀ ਲੋੜ ਕੋਈ ਨਹੀਂ। ਇਸ ਤੋਂ ਆਪਣੇ ਸਤਸੰਗ ਦੀ ਨੀਂਹ ਧਰੀ ਕਿ ਧਰਮ ਦੇ ਅਵਲੰਬੀ ਪੁਰਖ ਨੂੰ ਜੰਗਲੀ ਜਾਣ ਦੀ ਲੋੜ ਨਹੀਂ। ਇੱਥੇ ਹੀ ਬੁਰਿਆਂ ਤੋਂ ਬਚ ਕੇ ਭਲਿਆਂ ਦੀ ਸੰਗਤ ਕਰਨੀ, ਇਹ ਕਾਫੀ ਸੰਨਿਆਸ ਹੈ। ਇਸ ਨਾਲ ਭਲੇ ਪੁਰਖ ਭਾਈਚਾਰੇ ਨੂੰ ਸੁੰਝਾ ਨਾ ਛੱਡ ਗਏ, ਵਿੱਚੇ ਰਹੇ। ਪਰ ਇੱਕ ਵਿਥ ਪੈਦਾ ਹੋ ਗਈ ਕਿ ਭਲੇ ਬੁਰਿਆਂ ਤੋਂ ਬਚਣ ਦਾ ਯਤਨ ਕਰਨਗੇ ਤੇ ਬੁਰੇ ਇਸ ਵਿੱਚ ਹੱਦ ਤੱਕ ਸਮਝ ਕੇ ਉਹਨਾਂ ਨਾਲ ਬੁਰਾ ਸਲੂਕ ਕਰਨਗੇ, ਨਿੰਦਾ ਬਖੀਲੀ ਬਦਸਲੂਕੀਆਂ। ਇਸ ਦਾ ਦਾਰੂ ਸਤਿਗੁਰ ਨੇ ਇਹ ਦੱਸਿਆ ਕਿ ਭਲਿਆਂ ਨੂੰ ਭਲਿਆਂ ਦੀ ਸੇਵਾ ਕਰਨੀ ਚਾਹੀਏ ਅਤੇ ਬੁਰਿਆਂ ਨਾਲ ਖਿਮਾ, ਧੀਰਜ ਤੇ ਸਤ ਉਪਦੇਸ਼ ਦੇ ਕੇ ਭਲੇ ਪਾਸੇ ਲਾਉਣ ਦੀ ਸੇਵਾ ਕਰਨੀ ਚਾਹੀਏ। ਇਹ ਸਾਰੇ ਦਾ ਫਲ ਨਿਕਲਿਆ ਇਹ ਕਿ ਚੰਗੇ ਲੋਕ ਭਾਈਚਾਰੇ ਦੇ ਵਿੱਚ ਰਹੇ, ਚੰਗੇ ਆਪੋ ਵਿੱਚ ਮਿਲ ਕੇ ਸੁਖੀ ਹੋਏ ਤੇ ਚੰਗਾ ਭਾਈਚਾਰਾ ਬਣਿਆ ਤੇ ਮੰਦਿਆਂ ਨੂੰ ਉਹਨਾਂ ਨੇ ਉੱਚੇ ਕਰਨ ਦਾ ਯਤਨ ਕੀਤਾ ਤੇ ਨਫ਼ਰਤ ਨਾ ਵਰਤੀ। ਉਹਨਾਂ ਦੇ ਦੁੱਖ ਸਹਿ ਕੇ ਵੀ ਭਲੇ ਕੀਤੇ ਤਾਂ ਭਾਈਚਾਰੇ ਦੀ ਸੁਰ ਰਸੀਲੀ ਹੁੰਦੀ ਗਈ। ਅਰਥਾਤ ਗੁਰੂ ਨਾਨਕ ਦੇਵ ਜੀ ਨੇ ਗੁਰਮੁਖ ਪੈਦਾ ਕੀਤੇ, ਜਿਨ੍ਹਾਂ ਨੇ ਵਿੱਚੇ ਰਹਿ ਕੇ ਗੁਰਸਿੱਖ ਤੇ ਗੁਰਮੁਖ ਪੈਦਾ ਕੀਤੇ। ਸੰਨਿਆਸ ਦਾ ਵਿਸ਼ੇਸ਼ ਸੁੱਖ ਇਹ ਹੈ ਕਿ ਬੰਦੇ ਦੇ ਸਾਹਮਣੇ ਨਾ ਸੰਸਾਰਕ ਰਸਾਂ ਕਸਾਂ ਦੀ ਅਜਮਾਇਸ਼ ਆਈ, ਨਾ ਉਹ ਫਸਿਆ। ਪਰ ਸਤਿਗੁਰ ਨੇ ਜੋ ਸਤਸੰਗ ਰਚਿਆ ਉਸ ਵਿੱਚ ਇਹ ਖੂਬੀ ਖਿਆਲ ਰੱਖੀ ਕਿ ਜਦੋਂ ਸਤਸੰਗ ਵਿੱਚ ਨੇਕੀ ਕੀ ਹੈ ਦਾ ਰੋਜ਼ ਪਤਾ ਲੱਗਦਾ ਰਹਿਣਾ ਹੈ ਤੇ ਅਜਮਾਇਸ਼ਾਂ ਵੀ ਰੋਜ਼ ਪੈਣੀਆਂ ਹਨ, ਤਦੋਂ ਬੰਦਾ ਉਹਨਾਂ ਅਜਮਾਇਸ਼ਾਂ ਦੇ ਸਾਹਮਣੇ ਰੋਕ ਕਰੇਗਾ। ਕਦੇ ਡਿੱਗੇਗਾ, ਕਦੇ ਜਿੱਤੇਗਾ। ਡਿੱਗੇਗਾ ਤਾਂ ਸਤਸੰਗ ਵਿੱਚੋਂ ਉਪਦੇਸ਼, ਪਿਆਰ ਦੀ ਝਿੜਕ, ਹਮਦਰਦੀ ਦੀ ਸਹਾਇਤਾ ਮਿਲੇਗੀ ਤੇ ਉਹ ਅਜਮਾਇਸ਼ਾਂ ਪਾਪਾਂ ਦੇ ਮੁਕਾਬਲੇ ਕਰਦਾ ਕਰਦਾ ਅੰਤ ਰੱਬ ਦਾ ਪਹਿਲਵਾਨ ਹੋ ਜਾਏਗਾ ਅਰ ਬਦੀ ਤੇ ਫਤਿਹ ਪਾਏਗਾ। ਉਸ ਦੀ ਇਹ ਜਿੱਤ ਉਸ ਦਾ ਸੁਭਾਅ ਬਣ ਜਾਏਗਾ। ਹੁਣ ਉਹ ਵਿੱਚ ਵਸਦਾ ਹੋਇਆ ਵੀ ਨਹੀਂ ਸੱਟ ਖਾਵੇਗਾ। ਇਹ ਲਾਭ ਪੂਰਨ ਸੰਨਿਆਸ ਵਾਲੇ ਲਾਭ ਤੋਂ ਵੱਡਾ ਹੋਵੇਗਾ, ਕਿਉਂਕਿ ਇਸ ਵਿੱਚ ਮਾਨਸਿਕ ਸ਼ਕਤੀ ਤਰੱਕੀ ਕਰ ਜਾਏਗੀ, ਕਿਸੇ ਅਜਮਾਇਸ਼ ਦੇ ਸਾਹਮਣੇ ਡਿੱਗੇਗੀ ਨਹੀਂ। ਚਿਰ ਲੱਗੇਗਾ, ਪਰ ਮਨ ਦੀ ਮਜ਼ਬੂਤੀ ਨਿਰੇ ਤਿਆਗ ਵਿੱਚ ਵਸੋਂ ਤੋਂ ਦੂਰ ਵਸ ਕੇ ਤਿਆਗੀ ਹੋਏ ਸੰਨਿਆਸੀ ਦੇ ਮਨ ਤੋਂ ਪਕੇਰੀ ਹੋਵੇਗੀ। ਸੋ ਇਸ ਬਿੱਦ ਨਾਲ ਸੰਨਿਆਸ ਦਾ ਪੂਰਨ ਲਾਭ, ਲੇਵ ਤੇ ਮਨ ਦੀ ਸੱਚੀ ਭਕਿਆਈ ਸਤਸੰਗ ਵਿੱਚੋਂ ਪ੍ਰਾਪਤ ਹੋ ਜਾਏਗਾ ਤੇ ਉਹ ਗੁਰਮੁਖ ਹੋ ਕੇ ਭਾਈਚਾਰੇ ਵਿੱਚ ਵਸੇਗਾ ਤੇ ਉਸ ਦੀ ਸੁਗੰਧੀ ਨਾਲ ਹੋਰ ਉਸ ਵਰਗੇ ਪੈਦਾ ਹੋ ਕੇ
ਭਾਈਚਾਰੇ ਨੂੰ ਲਾਭ ਪੁੱਜੇਗਾ। ਪੱਛਮੀ ਖਿਆਲ ਕਿ ਭਾਈਚਾਰਾ ਹੀ ਸਭ ਖੂਬੀਆਂ ਦਾ ਅੰਤ ਹੈ, ਉਸ ਵਿੱਚ ਇੱਕ ਭੁੱਲ ਹੈ ਕਿ ਆਦਮੀ ਦੀ ਅੰਦਰਲੀ ਸਮਝ ਤੇ ਤਾਕਤ ਆਪਣੇ ਆਪ ਤੇ ਆਪਣੇ ਵਾਹਿਗੁਰੂ ਮਿਲਾਪ ਦੀ ਉਨਤੀ ਤੋਂ ਵਾਂਝੀ ਰਹਿ ਜਾਂਦੀ ਹੈ। ਅਰਥਾਤ ਦੇਖਣਹਾਰ ਵਾਹਿਗੁਰੂ ਤੋਂ ਜੁਦਾ ਕੇਵਲ ਦਿਸਣਹਾਰ ਵਿੱਚ ਹੀ ਰਹਿ ਜਾਂਦੀ ਹੈ। ਸਤਿਗੁਰੂ ਨਾਨਕ ਨੇ ਇਸ ਘਾਟੇ ਦਾ ਪ੍ਰਬੰਧ ਆਪਣੇ ਧਰਮ ਵਿੱਚ ਪੂਰਨ ਕੀਤਾ ਹੈ। ਉਹਨਾਂ ਨੇ ਵਾਹਿਗੁਰੂ ਤੇ ਉਸ ਦੇ ਹੁਕਮ ਨੂੰ ਸਮਝਣ ਦਾ ਸਭ ਤੋਂ ਵੱਧ ਜ਼ੋਰ ਦਿੱਤਾ ਹੈ ਅਤੇ ਗੁਰ ਕੈ ਸ਼ਬਦ ਸਲਾਹੀਐ ਅੰਤਰ ਪ੍ਰੇਮ ਪਿਆਰ ਵਾਲੀ ਗੱਲ ਨੂੰ ਉੱਚ ਜੀਵਨ ਦਾ ਜ਼ਰੂਰੀ ਹਿੱਸਾ ਰੱਖਿਆ ਤੇ ਇਹ ਅੰਦਰਲੇ ਦੇ ਕਮਾਲ ਦਾ ਆਦਰਸ਼ ਥਾਪ ਕੇ ਫੇਰ ਭਾਈਚਾਰੇ ਵਿੱਚ ਵਸਣਾ ਸਿਖਾਇਆ। ਦਿਲ ਵਿੱਚ ਰੱਬ ਦਾ ਪਿਆਰ ਤੇ ਹੁਕਮ ਦੀ ਟੇਕ ਹੋਵੇ, ਸਹਿਜ ਵਿੱਚ ਜੀਵੇ ਤੇ ਭਾਈਚਾਰੇ ਦੇ ਵਿੱਚ ਵਸੇ। ਭਲਿਆਂ ਦਾ ਸਤਸੰਗ ਕਰੇ, ਬੁਰਿਆਂ ਨੂੰ ਭਲੇ ਸਮਝ ਕੇ ਸਤਸੰਗ ਨਾ ਕਰੇ, ਪਰ ਉਹਨਾਂ ਨੂੰ ਸੁਧਾਰਨ ਤੇ ਭਲੇ ਬਣਾਉਣ ਵਿੱਚ ਵਿੱਤ ਅਨੁਸਾਰ ਕੰਮ ਕਰੇ। ਉਹਨਾਂ ਤੋਂ ਨਫ਼ਰਤ ਨਾ ਕਰੇ ਤੇ ਜਗਤ ਵਿੱਚ ਇਸ ਅਸੂਲ ਨੂੰ ਲੈ ਕੇ ਵਸੇ। ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ। ਵਰਤੋਂ ਧਰਮ ਦੇ ਖਿਆਲ ਵਿੱਚ, ਬਚਨਾਂ ਵਿੱਚ, ਕਰਨੀ ਵਿੱਚ ਰਹੇ। ਨਫ਼ਰਤ ਕਰਨੀ, ਨਿੰਦਾ ਕਰਨੀ, ਖੋਹ ਲੈਣਾ, ਦੁੱਖ ਦੇਣਾ ਤੇ ਬੇਇਨਸਾਫੀ ਤੋਂ ਸਤਿਗੁਰ ਨੇ ਸਖਤ ਵਰਜਿਆ ਹੈ। ਜੇ ਹਰ ਆਦਮੀ ਦੂਸਰੇ ਨਾਲ ਧਰਮ ਵਰਤੇ ਤਾਂ ਸਾਰੇ ਸੁਖੀ ਹੋ ਜਾਣ। ਇਨਸਾਨ ਨਾ ਕਿਸੇ ਦਾ ਹੱਕ ਗਵਾਵੇ, ਨਾ ਆਪਣੇ ਫਰਜ਼ ਤੋਂ ਭੁੱਲੇ। ਇਹ ਧਰਮ ਹੈ, ਪਰ ਇਸ ਵਿੱਚ ਜਦ ਆਪਣੇ ਹੱਕ ਪੂਰੇ ਲੋਕਾਂ ਵੱਲੋਂ ਨਾ ਹੋਣ ਤਾਂ ਦੁੱਖ ਹੁੰਦਾ ਹੈ ਤੇ ਫੇਰ ਬਦਲੇ ਲੈਣ ਦਾ ਮਾਦਾ ਪੈਦਾ ਹੋ ਜਾਂਦਾ ਹੈ। ਇਸ ਲਈ ਸਤਿਗੁਰ ਨੇ ਕਿਹਾ ਹੈ ਕਿ ਇਸ ਧਰਮ ਵਿੱਚ ਦਇਆ ਰਲਾਓ ਤੇ ਸੰਤੋਖ ਰਲਾਓ, ਫਿਰ ਸੰਸਾਰ ਪਰ ਸੂਤ ਕਾਇਮ ਹੋ ਜਾਏਗਾ। ਸੂਤ ਤੋਂ ਭਾਵ ਹਾਰਮਨੀ। ਪਰ ਜਦੋਂ ਤੁਸੀਂ ਦੂਸਰਿਆਂ ਨਾਲ ਧਰਮ ਦੇ ਵਰਤਨ ਵਰਤਦੇ ਹੋ, ਇਹ ਜ਼ਰੂਰੀ ਨਹੀਂ ਕਿ ਉਹ ਵੀ ਤੁਸਾਂ ਨਾਲ ਉਹ ਵਰਤੋਂ ਵਰਤਣ। ਅਕਸਰ ਧਰਮ ਕਰਨਗੇ, ਦੁੱਖ ਦੇਣਗੇ, ਤਦੋਂ ਤੁਹਾਡੇ ਅੱਗੇ ਦੋ ਮੁਸ਼ਕਲਾਂ ਆਉਣਗੀਆਂ। ਇੱਕ ਤਾਂ ਤੁਸੀਂ ਅਸੰਤੋਖ, ਬੇਚੈਨੀ ਵਿੱਚ ਪਾਓਗੇ, ਅੰਦਰਲਾ ਟਿਕਾਓ ਟੁੱਟੇਗਾ, ਲੋੜਾਂ ਥੋੜਾਂ ਤੇ ਦੁੱਖ ਦਿਲ ਹਿਲਾ ਦੇਣਗੇ। ਦੂਜੇ ਦੁੱਖ ਦੇਣ ਵਾਲਿਆਂ ਨੂੰ ਦੁੱਖ ਦੇਣ ਦੀ ਤੁਹਾਨੂੰ ਵੀ ਫੁਰੇਗੀ, ਕਿਉਂਕਿ ਜਿਹਾ ਕੋਈ ਕਰੇ ਕਰਾ ਲਵੇ, ਇਹ ਨਿਆਂ ਹੈ। ਸਤਿਗੁਰ ਨੇ ਦੱਸਿਆ ਕਿ ਨਹੀਂ, ਅੰਦਰ ਤਾਂ ਸੰਤੋਖ ਬਿਰਤੀ ਧਾਰੋ। ਅਰਥਾਤ ਜਿਹੀ ਹਾਲਤ ਅਵਸੋਂ ਬਣ ਗਈ, ਉਸ ਵਿੱਚ ਅੰਦਰੋਂ ਬੇਚੈਨ ਨਹੀਂ ਹੋਣਾ। ਬੇਚੈਨੀ, ਤ੍ਰਿਸ਼ਨਾ, ਘਬਰਾ ਪੈਦਾ ਨਾ ਹੋਣ, ਇਹ ਸੰਤੋਖ ਹੈ। ਤੇ ਬਾਹਰ ਜਿਨ੍ਹਾਂ ਨੇ ਦੁੱਖ ਦਿੱਤਾ ਹੈ, ਉਹਨਾਂ ਨਾਲ ਦਇਆ ਵਰਤੀ। ਇਹ ਧਰਮ ਨੂੰ ਦਇਆ ਤੇ ਸੰਤੋਖ ਨਾਲ ਰਲਾ ਕੇ ਵਰਤਿਆਂ ਭਾਈਚਾਰੇ ਵਿੱਚ ਸੂਤ ਕਾਇਮ ਹੋ ਜਾਏਗਾ। ਇਹ ਭਾਈਚਾਰਕ ਆਦਰਸ਼ ਇੱਕ ਕਮਾਲ ਦਾ ਆਦਰਸ਼ ਹੈ। ਦੇਖੋ, ਗੁਰਾ ਇੱਕ ਦੇਹ 부ਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਸ ਤੁਕ ਵਿੱਚੋਂ ਦੋਵੇਂ ਆਦਰਸ਼ ਇੱਕ ਥਾਂ ਕਰਕੇ ਦੱਸ ਦਿੱਤੇ। ਪਹਿਲੇ ਇੱਕ ਵਾਹਿਗੁਰੂ ਦਾਤਾ ਹੈ, ਉਸ ਨੂੰ ਕਦੇ ਨਹੀਂ ਭੁੱਲਣਾ। ਦਮ ਬਦਮ ਅੰਤਰ-ਆਤਮੇ ਯਾਦ ਰੱਖਣਾ ਹੈ। ਅੰਦਰਲੇ ਦਾ ਲਗਾਤਾਰ ਨੇਹੋ, ਅਰਥਾਤ ਅੰਦਰਲੇ ਦਾ ਲਗਾਤਾਰ ਰੁੱਖ ਤੇ ਲਗਾਓ, ਅਨੰਤ ਨਾਲ ਰੱਖਣਾ। ਪਿਆਰ ਤੇ ਉਮਾ ਵਾਲੀ ਉੱਚੀ ਤੇ ਉੱਚੇ ਆਦਰਸ਼ ਵਿੱਚ ਮਗਨ ਲੱਗਣ ਵਾਲੀ ਬ੍ਰਿਤੀ ਜਦ ਹਰਦਮ ਅੰਦਰ ਵਸਦੀ ਹੈ, ਤਾਂ ਉਹ ਵਾਹਿਗੁਰੂ ਪ੍ਰਿਯ ਵਸਤੂ ਹੋ ਕੇ ਅੰਦਰ ਵਸ ਰਿਹਾ ਤੇ ਉਸ ਦੇ ਪਿਆਰ ਵਿੱਚ ਉਸ ਦਾ ਹੁਕਮ ਵਰਤ ਰਿਹਾ ਦਿਸ ਪੈਂਦਾ ਹੈ। ਦੂਜੇ ਪਰ ਉਹ ਦਾਤਾ ਕੋਈ ਨਿਰਾ ਮੇਰਾ ਦਾਤਾ ਹੈ ਨਹੀਂ, ਉਹ ਸਭਨਾ ਜੀਆਂ ਕਾ ਇੱਕੋ ਦਾਤਾ ਹੈ। ਉਹ ਦਾਤਾ ਸਾਂਝਾ ਹੈ
ਤੇ ਜੀਵ ਸਾਰੇ ਉਸ ਦੇ ਹਨ। ਇਸ ਇੱਕ ਦੇ ਸਾਰੇ ਹੋਣ ਦੀ ਸਾਂਝ ਭਾਈਚਾਰੇ ਦਾ ਦੈਵੀ ਕਾਰਨ ਸਹੀ ਹੋ ਗਿਆ। ਹੁਣ ਵਰਤੋਂ ਇਉਂ ਹੋਊ ਕਿ ਜੇ ਮੈਂ ਕਿਸੇ ਭਰਾ ਦੀ ਸਖਤੀ ਤੇ ਸੰਤੋਖ ਕਰਦਾ ਹਾਂ ਤਾਂ ਆਪਣੇ ਅੰਦਰੋਂ ਆਪਣੇ ਪਿਆਰੇ ਨੂੰ ਕਾਇਮ ਰੱਖਣ ਲਈ ਕਰਦਾ ਹਾਂ, ਕਿਉਂਕਿ ਜੇ ਮੈਂ ਆਪਣੀ ਬਿਰਤੀ ਘਬਰਾਈ ਤਾਂ ਪ੍ਰੀਤਮ ਵਾਹਿਗੁਰੂ ਦਾ ਅਹਿਸਾਸ ਅੰਦਰ ਨਹੀਂ ਰਹੇਗਾ। ਉੱਥੇ ਤਾਂ ਆਸੁਰੀ ਸੰਪਦਾ ਘਬਰਾਉਂਦੀ ਆ ਜਾਏਗੀ। ਜੇ ਮੈਂ ਬਾਹਰ ਨਿਰਦੈਤਾ ਵਰਤੀ ਤਾਂ ਸਭਨਾ ਜੀਆਂ ਨੂੰ ਮੈਂ ਉਸ ਦਾਤੇ ਦੇ ਜੀਵ ਨਾ ਸਮਝਿਆ, ਤੇ ਮੈਂ ਵਰਤੋਂ ਐਸੀ ਵਰਤੀ ਕਿ ਜਿਸ ਨਾਲ ਦੁੱਖ ਉਪਜਿਆ ਤੇ ਪਹੁੰਚਾ। ਮੇਰੇ ਅੰਦਰ ਜੋ ਟਿਕਾਓ ਸੁਖ ਉਮਾ ਰਸ ਰਹਿੰਦਾ ਹੈ ਉਹ ਟੁਰ ਜਾਏਗਾ। ਇਸ ਲਈ ਜ਼ਰੂਰੀ ਹੋਇਆ ਕਿ ਮੈਂ ਆਪਣੇ ਪਿਆਰੇ ਦਾਤੇ ਦੇ ਹੁਕਮ ਨੂੰ ਪਛਾਣਾ, ਉਸ ਦੀ ਲਿਵ ਵਿੱਚ ਵਸਾਂ ਤੇ ਕਿਸੇ ਪ੍ਰਕਾਰ ਦਾ ਦੂਸਰਿਆਂ ਦਾ ਮੇਰੇ ਨਾਲ ਅਨਿਆਏ ਤੇ ਬੇਅਦਬੀ ਮੇਰੇ ਵਿੱਚ ਮਾੜੇ ਅਸਰ, ਅਸੰਤੋਖ ਤੇ ਬੇਰਹਿਮੀ ਦੇ ਪੈਦਾ ਨਾ ਕਰ ਦੇਣ। ਮੈਂ ਅੰਤਰਾਤਮੇ ਵਾਹਿਗੁਰੂ ਨੂੰ ਨਾ ਵਿਸਾਰਾਂ, ਮੈਂ ਉਸ ਨੂੰ ਸਭਨਾ ਜੀਆਂ ਕਾ ਇੱਕੋ ਦਾਤਾ ਜਾਣਾ। ਤਦ ਸਭਨਾ ਜੀਆਂ ਵਿੱਚ ਮੇਰੀ ਵਰਤੋਂ ਮਿਹਰਮਤ ਦੀ ਹੋਵੇਗੀ। ਤਉ ਨਾਨਕ ਸਰਬ ਜੀਆਂ ਮਿਹਰਮਤ। ਇਸ ਉੱਤਮ ਆਦਰਸ਼ ਵਿੱਚ ਮੇਰੇ ਅੰਦਰਲੇ ਦੀ ਦਸ਼ਾ ਉੱਜਲ ਟਿਕੀ ਹੋਈ ਤੇ ਰਸ ਭਰੀ ਹੋ ਗਈ, ਤੇ ਮੇਰੇ ਵਰਤਣ ਅਰਥਾਤ ਭਾਈਚਾਰੇ ਵਿੱਚ ਮੇਰੇ ਵਜੂਦ ਨੇ ਭਾਈਚਾਰੇ ਨੂੰ ਕਮਾਲ ਵੱਲ ਪਹੁੰਚਣ ਦੀ ਮਦਦ ਦਿੱਤੀ। ਵਾਹਿਗੁਰੂ ਜੀ ਵਿੱਚ ਮੇਰਾ ਪਿਤਾ ਪੁੱਤਰ ਵਰਗਾ ਪਿਆਰ ਹੋ ਗਿਆ, ਤੇ ਸਭਨਾ ਜੀਆਂ ਵਿੱਚ ਮੈਂ ਆਪਣੇ ਪਿਤਾ ਦਾਤਾ ਦੀ ਦਾਤ ਤੱਕ ਕੇ ਭਰਾਵਾਂ ਵਾਲੀ ਖਿਮਾ ਮਿਹਰ ਵਾਲੀ ਵਰਤੋਂ ਵਰਤੀ। ਸਤਿਗੁਰੂ ਨਾਨਕ ਦੇਵ ਜੀ ਦੇ ਇਸ ਆਦਰਸ਼ ਵਿੱਚ ਸੰਨਿਆਸ ਦੇ ਆਦਰਸ਼ ਦੀਆਂ ਖੂਬੀਆਂ ਤੇ ਭਾਈਚਾਰੇ ਦੇ ਆਦਰਸ਼ ਦੀਆਂ ਖੂਬੀਆਂ ਦਾ ਮੇਲ ਹੈ, ਤੇ ਦੋਹਾਂ ਦੇ ਅਵਗੁਣਾਂ ਦਾ ਤਿਆਗ ਹੈ। ਸੋ ਪੱਛਮ ਤੋਂ ਆਇਆ ਭਾਈਚਾਰੇ ਦਾ ਖਿਆਲ ਗੁਰੂ ਨਾਨਕ ਦੇਵ ਸਰਬਕਾਲੀ ਦੇ ਧਰਮ ਆਦਰਸ਼ ਨੂੰ ਕਿਵੇਂ ਵੀ ਹਿਲਾਏਗਾ ਨਹੀਂ, ਨਾ ਹੀ ਟਕਰਾਵੇਗਾ, ਸਗੋਂ ਇਹ ਹੈਰਤ ਪੈਦਾ ਕਰੇਗਾ ਕਿ ਜਦੋਂ ਸੰਸਾਰ ਪਰ ਰਾਏ ਦੇ ਇਕਤਲਾਫ ਤੇ ਖੂਨ ਦੀਆਂ ਨਦੀਆਂ ਵਹਿ ਰਹੀਆਂ ਸਨ, ਤਦੋਂ ਇਸ ਅਕਾਲੀ ਜੋਤ ਗੁਰੂ ਨਾਨਕ ਨੇ ਧਾਰਮਿਕ ਸਹਾਰਾ ਸਿਖਾਇਆ ਤੇ ਭਾਈਚਾਰੇ ਦੇ ਉੱਚੇ ਤੋਂ ਉੱਚੇ ਆਦਰਸ਼ ਨੂੰ ਕਾਇਮ ਕੀਤਾ, ਤੇ ਸੰਨਿਆਸ ਦੇ ਲਾਭ ਨੂੰ ਵੀ ਜਾਣ ਨਹੀਂ ਦਿੱਤਾ। ਸਗੋਂ ਖੋਜ ਦੱਸਦੀ ਹੈ ਕਿ ਦੂਸਰੇ ਮਜ਼ਹਬਾਂ ਨਾਲ ਖਿਮਾ ਹਰ ਮਤ ਵਿੱਚੋਂ ਸੱਚ ਤੇ ਸੁੱਖ ਨੂੰ ਗ੍ਰਹਿਣ ਕਰਨ ਤੇ ਦਵੈਖ ਨਾ ਧਾਰਨ ਦੀ ਅਕਲ ਸਭ ਤੋਂ ਪਹਿਲਾਂ ਜਗਤ ਨੂੰ ਗੁਰੂ ਨਾਨਕ ਦੇਵ ਜੀ ਨੇ ਸਿਖਾਈ ਹੈ। ਅਮਲੀ ਪਾਸੇ ਵੱਲ ਆਓ ਤਾਂ ਗੁਰੂ ਨਾਨਕ ਦੇਵ ਜੀ ਨੇ ਭਾਈ ਲਫ਼ਜ਼ ਇਸ ਭਾਈਚਾਰੇ ਦੇ ਆਦਰਸ਼ ਦਾ ਕੇਂਦਰ ਬਣਾਇਆ ਸੀ। ਭਾਈ ਇੱਕ ਖਿਤਾਬ ਨਹੀਂ, ਉਹ ਸੱਚੇ ਭਾਈਚਾਰੇ ਦਾ ਕੇਂਦਰ ਹੈ। ਹਰ ਕੋਈ ਜਦ ਭਾਈ ਹੈ ਤਾਂ ਸਮਝ ਲਓ ਕਿ ਉਹ ਭਾਈਚਾਰਾ ਕਿੰਨਾ ਉੱਚਾ ਹੈ। ਇਸੇ ਤਰ੍ਹਾਂ ਪਰਮੇਸ਼ਰ ਆਰਾਧਨਾ ਵਿੱਚ ਹਰ ਕੋਈ ਆਪੋ ਆਪ ਭਜਨ ਪਾਠ ਬੰਦਗੀ ਕਰੋ, ਜਮ ਕਰੋ, ਪਰ ਨਾਲ ਦੀਵਾਨ ਦਾ ਅਸੂਲ ਵੀ ਕਾਇਮ ਕੀਤਾ ਕਿ ਸਾਰੇ ਰਲ ਕੇ ਵੀ ਬੰਦਗੀ ਕਰਨ। ਜੈਸੇ ਕਿ ਆਸਾ ਦੀ ਵਾਰ ਦਾ ਦੀਵਾਨ, ਸੋਦਾ ਰਹਿਰਾਸ ਦਾ ਦੀਵਾਨ ਆਦਿ ਇਹ ਦੀਵਾਨ ਲਾ ਕੇ ਬੰਦਗੀ ਕਰਨੀ, ਕਥਾ ਕੀਰਤਨ ਪਾਠ ਕਰਨੇ ਭਾਈਚਾਰੇ ਤੇ ਧਰਮ ਦੀ ਅਮਲੀ ਸੂਰਤ ਹੈ, ਜਿਸ ਕਰਕੇ ਭਾਈਚਾਰਾ ਇਕਲਾਖ ਤੇ ਲੇਵ ਦੇ ਅਸੂਲਾਂ ਤੇ ਟੁਰੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।